बिस्मिल्लाहिर्रहमानिर्रहीम। अस्सलाम वालेकुम। कैसे हैं आप लोग? आज बात करेंगे साग और मक्की की रोटी के बारे में। ਇਹ ਸਮਝਿਆ ਤਾਂ ਇਹ ਜਾਂਦਾ ਹੈ ਪਿੰਡਾਂ ਦੀ ਡਿਸ਼ ਆ, ਪਿੰਡਾਂ ਦੇ ਬਾਰੇ 'ਚ ਮਸ਼ਹੂਰ ਆ, ਖਾਂਦੇ ਸ਼ਹਿਰ ਵਾਲੇ ਬੜੇ ਸ਼ੌਕ ਨਾਲ ਇਹਨੂੰ। ਇਹ ਪੂਰੇ ਪੰਜਾਬ ਦੀ ਡਿਸ਼ ਆ, ਸਾਗ ਔਰ ਮੱਕੀ ਦੀ ਰੋਟੀ। ਇੱਕ ਭੈਣ ਭਾਈ ਦਾ ਰਿਸ਼ਤਾ ਹੁੰਦਾ, ਇਸ ਤਰ੍ਹਾਂ ਸਾਗ ਅਤੇ ਮੱਕੀ ਦੀ ਰੋਟੀ ਦਾ ਰਿਸ਼ਤਾ ਆ। ਜਿਸ ਤਰ੍ਹਾਂ ਕਿ ਅੰਬ ਨੂੰ ਫਰੂਟਾਂ ਦਾ ਬਾਦਸ਼ਾਹ ਕਿਹਾ ਜਾਂਦਾ, ਸਾਗ ਵੀ ਸਾਰੀ ਸਬਜ਼ੀਆਂ ਦਾ, ਸਾਲਣਾਂ ਦਾ ਬਾਦਸ਼ਾਹ। ਮੱਕੀ ਦੀ ਰੋਟੀ ਨੂੰ ਵਜ਼ੀਰੇ ਆਜ਼ਮ ਕਹਿ ਲਓ। ਸਾਗ ਦੇ ਬਹੁਤ ਜ਼ਿਆਦਾ ਫਾਇਦੇ ਆ। ਇਹ ਖੂਨ ਨੂੰ ਜੰਮਣ ਨਹੀਂ ਦਿੰਦਾ। ਅੱਜ ਕੱਲ੍ਹ ਸਰਦੀ ਖੂਨ ਜਮਾ ਦੇਣ ਵਾਲੀ ਪੈ ਰਹੀ ਆ, ਧੁੰਦਾਂ ਕਿੰਨੀਆਂ, ਅਤੇ ਸਰਦੀ ਤੋਂ ਬਚਾਉਂਦਾ ਆ, ਨਜ਼ਲੇ ਖਾਂਸੀ ਤੋਂ ਬਚਾਉਂਦਾ ਆ। ਇਹਦੇ ਬਹੁਤ ਜ਼ਿਆਦਾ ਫਾਇਦੇ ਆ। ਹਰੇ ਪੱਤਿਆਂ ਵਾਲੀ ਸਬਜ਼ੀਆਂ, ਪਾਲਕ, ਮੇਥੀ, ਬਾਥੂ, ਹਰ ਚੀਜ਼ ਫਾਇਦੇ ਵਾਲੀ ਇਹਦੇ ਵਿੱਚ ਇਸਤੇਮਾਲ ਹੁੰਦੀ ਆ। ਅਤੇ ਇਹ ਖਾਣਾ ਚਾਹੀਦਾ ਸਰਦੀ ਹਫ਼ਤੇ ਬਾਅਦ 2-3 ਵਾਰ ਜ਼ਰੂਰ ਖਾਣਾ ਚਾਹੀਦਾ। ਅੱਜ ਕੱਲ੍ਹ ਤਾਂ ਔਰਤਾਂ ਬਹੁਤ ਸਿਆਣੀਆਂ ਹੋ ਗਈਆਂ, ਬਣਾ ਕੇ ਇੱਕ ਦਿਨ ਪੈਕਟ ਬਣਾ ਕੇ ਰੱਖ ਦਿੰਦੀਆਂ। ਜਿਸ ਦਿਨ ਨਾ ਸਬਜ਼ੀ ਹੋਈ ਦੀ ਉਸ ਦਿਨ ਤੜਕਾ ਲਾ ਲਿਆ। ਪਹਿਲੇ ਤਾਂ 8-8 ਦਿਨ ਖਾਣਾ ਪੈਂਦਾ ਤਾ। ਪੁਰਾਣੇ ਜ਼ਮਾਨੇ ਦੀਆਂ ਔਰਤਾਂ ਬੜਾ ਸਾਰਾ ਦੇਗਚਾ ਪਕਾ ਕੇ ਰੱਖ ਲੈਂਦੀਆਂ ਰੋਜ਼ਾਨਾ। ਇੱਕ ਟਾਈਮ ਮੱਕੀ ਦੀ ਰੋਟੀ ਅਤੇ ਨਾਲ ਸਾਗ, ਬੜਾ ਖੁਸ਼ ਹੋ ਕੇ ਸਭ ਨੇ ਖਾਣਾ। ਅਤੇ ਹੁਣ ਤਾਂ ਨਵੇਂ ਤਰੀਕੇ ਆ ਗਏ ਮੱਕੀ ਦੀ ਰੋਟੀ ਪਕਾਉਣੇ ਦੇ ਵੀ, ਨੈੱਟ ਪਰ ਦੇਖ ਲੈਂਦੀਆਂ। ਪਹਿਲੇ ਤਾਂ ਬਹੁਤ ਅਕਲਮੰਦ ਸਮਝੀ ਜਾਂਦੀ ਸੀ ਜਿਹੜੀ ਅੱਛੀ ਮੱਕੀ ਦੀ ਰੋਟੀ ਬਣਾ ਲੈਂਦੀ ਸੀ। ਕਾਫੀ ਸਾਰਾ ਭੇ ਕੇ ਬੜੀ ਫੈਮਲੀਆਂ ਹੁੰਦੀਆਂ ਨੇ, ਆਟਾ ਰੱਖ ਲੈਣਾ ਅਤੇ ਉਹਦੇ ਨਾਲ ਮਲ ਕੇ ਬੜਾ ਜ਼ੋਰ ਲੱਗਦਾ। ਤਾਂ ਲੱਕੜੀਆਂ ਬਾਲ ਕੇ ਉਹਨਾਂ ਨੇ ਘੰਟਾ 2-2 ਘੰਟੇ ਬੈਠੀਆਂ ਰਹਿਣਾ, ਪੂਰੇ ਟੱਬਰ ਦੀਆਂ ਰੋਟੀਆਂ ਪਕਾਉਂਦੀਆਂ ਰਹਿਣਾ ਅਤੇ ਨਾਲੇ ਅੱਗ ਸੇਕਦੀਆਂ ਰਹਿਣਾ। ਇਹਦਾ ਤਾਂ ਇਹ ਵੀ ਫਾਇਦਾ, ਬੰਦਾ ਅੱਗ ਜਲਾ ਕੇ ਜਿੰਨੀ ਦੇਰ ਮਰਜ਼ੀ ਬੈਠਾ ਰਹੇ। ਅਤੇ ਗਰਮੀਆਂ 'ਚ ਤਾਂ ਜ਼ਿਆਦਾ ਦੇਰ ਚੁੱਲ੍ਹੇ ਕੋਲ ਬੈਠ ਵੀ ਨਹੀਂ ਸਕਦਾ। ਤੁਹਾਨੂੰ ਮੈਂ ਆਪਣੇ ਬਚਪਨ ਦੀ ਇੱਕ ਬੜੀ ਮਜ਼ੇ ਦੀ ਗੱਲ ਦੱਸਾਂ। ਅਤੇ ਜਦੋਂ ਅਸੀਂ ਛੋਟੇ ਹੁੰਦੇ ਤਾਂ ਗਾँव ਵਿੱਚ 5-4 ਔਰਤਾਂ ਐਸੀਆਂ ਹੁੰਦੀਆਂ ਨੇ ਜਿਹੜੀਆਂ ਲੜਾਈ ਵਿੱਚ ਬੜੀਆਂ ਮਸ਼ਹੂਰ ਹੁੰਦੀਆਂ ਨੇ। 8-8 ਦਿਨ ਉਹਨਾਂ ਨੇ ਲੜਾਈ ਕਰਨੀ, ਸਰਦ ਜੰਗ ਤਰ੍ਹਾਂ ਲੜਾਈ ਚੱਲਦੀ ਰਹਿੰਦੀ ਸੀ। ਖਾਣੇ ਪੀਣੇ ਦਾ ਵਕਫਾ, ਫਿਰ ਲੜਾਈ ਸ਼ੁਰੂ। ਅਤੇ ਜਿਹੜੀਆਂ ਵਿਚਾਰੀਆਂ ਘੱਟ ਲੜ ਸਕਦੀਆਂ ਤੀਆਂ, ਉਹਨਾਂ ਨੇ ਲੰਬਾ ਡੰਡਾ ਖੜ੍ਹਾ ਕਰਕੇ ਉੱਪਰ ਜੁੱਤੀ ਟੰਗ ਦੇਣੀ। ਮੈਂ ਨਹੀਂ ਲੜ ਸਕਦੀ, ਮੇਰੀ ਜੁੱਤੀ ਲੜੂਗੀ। ਅਤੇ ਹੁਣ ਤਾਂ ਲੜਾਈਆਂ ਬਹੁਤ ਘੱਟ ਹੋ ਗਈਆਂ। ਅਤੇ ਉਹਨਾਂ ਨੇ 8 ਦਿਨ ਦਾ ਸਾਗ ਪਕਾ ਲੈਣਾ, ਖਾਣਾ ਅਤੇ ਲੜਾਈ ਸ਼ੁਰੂ ਕਰ ਦੇਣੀ ਆ। ਅਤੇ 5-4 ਤਾਂ ਬਹੁਤ ਮਸ਼ਹੂਰ ਤੀਆਂ, ਨਾਮ ਤਾਂ ਨਹੀਂ ਮੈਂ ਲੈਣਾ ਚਾਹੁੰਦੀ, ਇਸ ਦੁਨੀਆ ਵਿੱਚ ਹੈ ਨਹੀਂ। ਬਹੁਤ ਮਸ਼ਹੂਰ ਹੁੰਦੀਆਂ ਰਹੀਆਂ, ਜਿਸ ਨਾਲ ਲੜਾਈ ਸ਼ੁਰੂ ਹੋ ਜਾਣੀ, ਬਸ ਉਹਦੀ ਸ਼ਾਮਤ ਆ ਜਾਣੀ। ਹੁਣ ਤਾਂ ਨਾਲ ਔਰਤਾਂ ਨੂੰ ਟਾਈਮ ਹੀ ਨਹੀਂ ਮਿਲਦਾ। ਪੜੋਸੀਆਂ ਦਾ ਵੀ ਸਹੀ ਪਤਾ ਹੁੰਦਾ ਕਿਆ ਹੋ ਰਿਹਾ ਕਿਆ ਨਹੀਂ। ਮਕਈ ਦੀ ਰੋਟੀ ਦੇ ਬਹੁਤ ਜ਼ਿਆਦਾ ਫਾਇਦੇ ਆ। ਇਹ ਮੋਟਾਪੇ ਨੂੰ ਘੱਟ ਕਰਦੀ ਆ ਅਤੇ ਚਿਕਨਾਈ ਬਣਾਉਂਦੀ, ਜੋ ਹੱਡੀਆਂ ਨੂੰ ਜ਼ਰੂਰਤ ਹੁੰਦੀ ਆ। ਅਤੇ ਘੀ ਘੱਟ ਲਾਉਣਾ ਚਾਹੀਦਾ। ਹੁਣ ਤਾਂ ਤਲ ਕੇ ਖਾਂਦੀਆਂ। ਪਹਿਲੇ ਜ਼ਮਾਨੇ ਵਿੱਚ ਸੁੱਕੀ ਰੋਟੀ ਪਕਾ ਕੇ ਅਤੇ ਅੱਗ 'ਤੇ ਸੇਕਦੇ ਹੁੰਦੇ ਸੀ। ਸਪੈਸ਼ਲ ਖੁਰਚਣੇ ਬਣਾਏ ਹੁੰਦੇ ਸੀ, ਅੱਗੇ ਪਿੱਛੇ ਡੰਡੀ, ਅੱਗੇ ਸੇ ਤਿੱਖਾ, ਅਤੇ ਉਹਦੇ ਨਾਲ ਖੁਰਚ ਕੇ ਤਲਦੀਆਂ ਨੇ, ਸੁੱਕੀਆਂ ਪਕਾ ਕੇ ਮੱਖਣ ਨਾਲ ਚੋਪੜ ਕੇ ਖਾਂਦੇ ਹੁੰਦੇ। ਕभी ਬਾਜਰੇ ਦੀ ਰੋਟੀ, ਕਦੀ ਇਹਦੀ ਮਕਈ ਦੀ, ਕभी ਕਣਕ ਦੀ। ਹੁਣ ਇੱਕੋ ਤਰ੍ਹਾਂ ਦੀ ਰੋਟੀਆਂ ਖਾ ਕੇ ਬਿਮਾਰੀਆਂ ਜ਼ਿਆਦਾ ਫੈਲ ਰਹੀਆਂ ਅਤੇ ਗੋਡਿਆਂ ਦਾ ਹਰ ਕਿਸੇ ਨੂੰ ਮਸਲਾ। ਪਹਿਲੇ ਜ਼ਮਾਨੇ ਵਿੱਚ ਮਕਈ ਦੀ ਰੋਟੀ ਜ਼ਿਆਦਾ ਖਾਂਦੇ ਅਤੇ ਸਾਦਾ ਖੁਰਾਕ ਕੰਮ ਜ਼ਿਆਦਾ ਕਰਦੇ, ਠੀਕ ਠਾਕ ਰਹਿੰਦੇ ਤੇ। ਅਤੇ ਹੁਣ ਹਰ ਕਿਸੇ ਦੇ ਗੋਡਿਆਂ ਦਾ ਮਸਲਾ, ਕਿਸੇ ਨੂੰ ਕਿਸ ਚੀਜ਼ ਦਾ, ਕਿਸੇ ਨੂੰ ਸ਼ੂਗਰ ਦਾ। ਸਿੱਧੀ ਜਿਹੀ ਗੱਲ ਆ, ਸਾਗ ਮੱਕੀ ਦੀ ਰੋਟੀ ਪਕਾਓ, ਖਾਓ, ਜਾਨ ਬਣਾਓ, ਪੜੋਸੀਆਂ ਨੂੰ ਖਿਲਾਓ, ਰਿਸ਼ਤੇਦਾਰਾਂ ਨੂੰ ਖਿਲਾਓ। ਜ਼ਿਆਦਾ ਸਾਰਾ ਸਾਗ ਪਕਾ ਕੇ ਪੈਕਟ ਬਣਾ ਕੇ ਰਿਸ਼ਤੇਦਾਰਾਂ ਨੂੰ ਵੀ ਭੇਜੋ ਜਿਹੜੇ ਨਹੀਂ ਪਕਾ ਸਕਦੇ। ਐਂਡ ਵਿੱਚ ਇੱਕ ਅੱਛੀ ਗੱਲ, ਹਰ ਟਾਈਮ ਇਹ ਦੁਆ ਕਰੋ, ਅੱਲਾ ਮੀਆਂ ਅਮਾਨ ਪਰ ਖਾਤਮਾ ਕਰੇ ਅਤੇ ਕਬਰ ਰੋਸ਼ਨ ਕਰੇ। ਇੰਨੇ ਕਮਾਲ ਹੋਵੇ, ਕਬਰ ਰੋਸ਼ਨ ਹੋਵੇ ਅਤੇ ਅਗਲੀ ਜ਼ਿੰਦਗੀ ਅੱਛੀ ਹੋਵੇ। ਅੱਛੀ ਲੱਗੇ ਤਾਂ ਲਾਇਕ ਅਤੇ ਸ਼ੇਅਰ ਜ਼ਰੂਰ ਕਰਨਾ। ਖੁਸ਼ ਰਹੋ, ਆਬਾਦ ਰਹੋ। ਅੱਲਾ ਹਾਫਿਜ਼।